ਇਹ ਤਿੰਨ ਕਾਨੂੰਨਾਂ 'ਚ MSP ਕਿਤੇ ਨਹੀਂ ਬੰਦ ਹੁੰਦੀ, ਸਰਕਾਰੀ ਖਰੀਦ ਕਿਤੇ ਨਹੀਂ ਬੰਦ ਹੁੰਦੀ, ਸਰਕਾਰੀ ਮੰਡੀ ਕਿਤੇ ਨਹੀਂ ਬੰਦ ਹੁੰਦੀ। ਇਹ ਤਿੰਨ 'ਚ ਕਿਹੜਾ ਸੈਕਸ਼ਨ ਦੱਸ ਦਿਓ ਨਾ, ਤੇ ਫਿਰ ਅੜੀ ਕਿਉਂ? ਕਿਸਾਨਾਂ ਨੇ ਮੰਗਾਂ ਲਿਖ ਕੇ ਦਿੱਤੀ, ਉਹ ਤਾਂ ਪੂਰੀਆਂ ਹੋ ਗਈਆਂ, ਤੇ ਫਿਰ ਤਿੰਨ ਬਿੱਲਾਂ ਦੇ ਉੱਪਰ ਅੜੀ ਕਿਸ ਗੱਲ ਦੀ ਹੈ? ਕਿਉਂ ਤਿੰਨ ਬਿੱਲਾਂ ਕਰਕੇ ਤੁਹਾਡੀ ਮੰਗਾਂ ਤੇ ਕਿਤੇ ਕੋਈ ਰੁਕਾਵਟ ਨਹੀਂ ਆ ਰਹੀ? ਤੇ ਕੰਨਦਾਤਾ ਜਿਹੜਾ ਕੱਪੜੇ ਪਾ ਕੇ ਆਇਆ, ਕਿਆ ਉਹ ਖੇਤਾਂ ਚੁੱਕ ਗਿਆ? ਜਿਸ ਟਰੈਕਟਰ ਟਰਾਲੀ ਚੜ੍ਹ ਕੇ ਆਇਆ, ਕਿਆ ਉਹ ਖੇਤਾਂ ਚੁੱਕ ਗਏ ਨੇ? ਜਿਹੜੇ ਤਰਪਾਲਾਂ ਪਾਈ ਬੈਠੇ ਨੇ, ਕਿਆ ਉਹ ਖੇਤਾਂ ਚੁੱਕ ਗਈਆਂ? ਜਿਹੜੀਆਂ ਰੋਟੀ ਮੇਕਿੰਗ ਮਸ਼ੀਨ ਆ ਗਈਆਂ, ਵੀ ਇੱਕ ਪਾਟਾ ਪਾ ਦੋ ਰੋਟੀਆਂ ਨਿਕਲਦੀਆਂ, ਕਿਆ ਉਹ ਖੇਤਾਂ ਚੁੱਕ ਗਈਆਂ ਨੇ? ਜਿਹੜੇ ਮਾਈਕ ਤੋਂ ਬੋਲਦੇ ਖੇਤਾਂ ਚੁੱਕ ਗਏ? ਜਿਹੜੇ ਮੋਬਾਈਲ ਤੋਂ ਤੁਸੀਂ ਫੇਸਬੁੱਕ ਲਾਈਵ ਹੋ ਰਹੇ, TV ਚੈਨਲ ਚੱਲ ਰਹੇ ਹੋ, ਸੋਸ਼ਲ ਮੀਡੀਆ ਦਿਖ ਰਹੇ ਹੋ, ਕਿਆ ਉਹ ਖੇਤਾਂ ਚੁੱਕਦਾ ਹੈ? ਕਿਸਾਨ ਇਕੱਲਾ ਪੰਜਾਬ ਦਾ ਹੈ, ਹਰਿਆਣਾ ਦੇ ਕਿਸਾਨ ਕੁਝ ਨਾਲ ਜੁੜੇ ਨੇ, ਪੂਰੇ ਦੇਸ਼ ਦਾ ਕਿਸਾਨ ਉੱਥੇ ਨਹੀਂ ਹੈ। ਪੂਰੇ ਦੇਸ਼ ਦਾ ਕਿਸਾਨ ਕਿੱਥੇ ਤੁਹਾਡੇ ਨਾਲ ਖੜਾ ਹੈ? ਤੁਹਾਡੇ ਨਾਲ ਤਾਂ ਹਰਿਆਣਾ ਦਾ ਕਿਸਾਨ ਵੀ ਨਹੀਂ ਖੜਾ, ਤੁਹਾਡੇ ਨਾਲ ਤਾਂ UP ਬਿਹਾਰ ਜਿਹੜਾ ਇਹਨਾਂ ਦਾ ਕਿਸਾਨ ਵੀ ਨਹੀਂ ਖੜਾ, ਰਾਜਸਥਾਨ ਦਾ ਕਿਸਾਨ ਕਿੱਥੇ ਖੜਾ? ਅਡਾਨੀ ਅੰਬਾਨੀ ਕਿਹੜੀ ਕਣਕ ਖਰੀਦ ਰਿਹਾ, ਕਿਹੜਾ ਬਾਜਰਾ ਖਰੀਦ ਰਿਹਾ? ਅਡਾਨੀ ਅੰਬਾਨੀ ਕੀ ਖਰੀਦਿਆ? ਕੁਝ ਵੀ ਨਹੀਂ ਖਰੀਦ ਰਿਹਾ। ਦੱਸ ਦਿਓ ਅਡਾਨੀ ਅੰਬਾਨੀ ਨੇ ਦੇਸ਼ 'ਚ ਕਿੱਥੇ ਕਣਕ ਖਰੀਦੀ ਹੈ, ਕਿੱਥੇ ਉਹਨੇ ਚਾਵਲ ਖਰੀਦੇ ਨੇ? ਕਿਹੜਾ ਅਡਾਨੀ ਅੰਬਾਨੀ ਇੱਥੇ ਪੰਜਾਬ 'ਚ ਕਣਕ ਖਰੀਦਦਾ, ਦੇਸ਼ ਦੇ ਕਿਸੇ ਕੋਨੇ 'ਚ ਕਣਕ ਖਰੀਦਦਾ, ਚਾਵਲ ਖਰੀਦਦਾ, ਕੀ ਖਰੀਦਦਾ ਅਡਾਨੀ ਅੰਬਾਨੀ? ਇਹ ਖਾਮ ਖਾਦਾ ਤੁਸੀਂ ਇੱਕ ਪਰਪੰਚ ਬਣਾ ਲਿਆ, ਨਾਰਾ ਬਣਾ ਲਿਆ। ਅਡਾਨੀ ਅੰਬਾਨੀ ਕੀ ਖਰੀਦਦਾ? ਕੁਝ ਵੀ ਨਹੀਂ ਖਰੀਦ ਰਿਹਾ। ਦੱਸ ਦਿਓ ਅਡਾਨੀ ਅੰਬਾਨੀ ਨੇ ਦੇਸ਼ 'ਚ ਕਿੱਥੇ ਕਣਕ ਖਰੀਦੀ ਹੈ, ਕਿੱਥੇ ਉਹਨੇ ਚਾਵਲ ਖਰੀਦੇ ਨੇ? ਇਹ ਤਾਂ ਇੱਕ ਜਿਹੜੇ ਇਹ ਉਹੀ ਕਾਮਰੇਡ ਉਗਰਾਹਾਂ ਵਾਲੇ ਗਰੁੱਪ, ਹੋਰ ਇਹਦੇ 4-5-6 ਹੋਰ ਨੈਕਸਲਾਈਟ ਗਰੁੱਪ ਨੇ, ਜਿਨ੍ਹਾਂ ਨੇ ਕਿਹਾ ਕਿ ਉਹਨਾਂ ਰਾਈਟਰਸ ਨੂੰ ਛੱਡੋ, ਪੂਰੇ ਦੇਸ਼ ਭਰ 'ਚ ਜੇਲ੍ਹਾਂ 'ਚ ਕੋਰਟ ਨੇ ਬੰਦ ਕੀਤੇ ਹੋਏ ਹਨ। ਜੇ ਗੋਲੀ ਚੱਲੇਗੀ ਤਾਂ ਪਹਿਲੇ ਆਪਣੀ ਛਾਤੀ ਲਊਂਗਾ, ਫਿਰ ਮੈਂ ਨਰਿੰਦਰ ਮੋਦੀ ਵੱਲ ਜਾਣ ਦੂੰਗਾ। ਨਰਿੰਦਰ ਮੋਦੀ ਲਈ ਜਾਨ ਦੇਣ ਨੂੰ ਤਿਆਰ ਆ ਸੀ ਪੂਰੇ ਦੇਸ਼ ਦੇ ਵਰਕਰ। ਜਗਬਾਣੀ TV, ਮੈਂ ਤੁਹਾਡੇ ਨਾਲ ਹਰਪ੍ਰੀਤ ਸਿੰਘ ਜਸਵਾਲ। ਕਿਸਾਨ ਅੰਦੋਲਨ ਕਹਿ ਲਓ, ਕਿਸਾਨ ਕ੍ਰਾਂਤੀ ਕਹਿ ਲਓ, ਕਿਸਾਨਾਂ ਦੇ ਲਈ ਬਣੇ ਕਾਲੇ ਕਾਨੂੰਨ ਕਹਿ ਲਓ, ਜਿਸ ਨੂੰ ਲੈ ਕੇ ਪੰਜਾਬ ਹੀ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਕਿਸਾਨ ਇਕਜੁੱਟ ਹੋ ਗਏ ਨੇ ਅਤੇ ਇਹਨਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ। ਪਰ ਦੂਸਰੇ ਪਾਸੇ ਗੱਲ ਕਰੀਏ, ਭਾਰਤੀ ਜਨਤਾ ਪਾਰਟੀ ਵੱਲੋਂ ਲਗਾਤਾਰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਇਹ ਬਿੱਲ ਕਿਸਾਨਾਂ ਦੇ ਹੱਕ ਵਿੱਚ ਨਹੀਂ। ਅਜਿਹੀ ਕਿਹੜੀ ਗੱਲ ਹੈ ਕਿ ਕਿਸਾਨਾਂ ਨੂੰ ਇਹ ਗੱਲ ਕਿਉਂ ਨਹੀਂ ਸਮਝ ਆ ਰਹੀ, ਜਾਂ BJP ਸਮਝਾਉਣ ਦੇ ਵਿੱਚ ਨਾਕਾਮਯਾਬ ਰਹੀ ਹੈ? ਸੋ ਸਾਡੇ ਨਾਲ ਇਸ ਸਮੇਂ ਵਨੀਤ ਜੋਸ਼ੀ ਜੀ ਨੇ, ਕਿਉਂਕਿ ਹੁਣ ਡੈਡਲੌਕ ਹੋ ਚੁੱਕਿਆ, ਸੁਪਰੀਮ ਕੋਰਟ ਦੀ ਐਂਟਰੀ ਵਿੱਚ ਹੋ ਚੁੱਕੀ ਆ। ਸੋ ਹੁਣ ਇਸ ਦਾ ਹੱਲ ਕੀ ਹੋਵੇਗਾ, ਉਹਨਾਂ ਨਾਲ ਗੱਲ ਕਰਦੇ ਹਾਂ। ਜੋਸ਼ੀ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਮੇਰੇ ਸਾਰੇ ਪੰਜਾਬੀ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜੈ ਸ਼੍ਰੀ ਰਾਮ। ਸੋ ਜੋਸ਼ੀ ਜੀ, ਆਮ ਤੌਰ 'ਤੇ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ, ਜਦੋਂ ਡੈਡਲੌਕ ਹੋ ਜਾਵੇ ਤਾਂ ਕਿਸੇ ਤੀਸਰੀ ਧਿਰ ਨੂੰ ਵਿੱਚ ਆਉਣਾ ਪੈਂਦਾ। ਸੋ ਸੁਪਰੀਮ ਕੋਰਟ ਵਿੱਚ ਆ ਗਿਆ। ਤੁਸੀਂ ਕੀ ਸਮਝਦੇ ਹੋ ਕਿ ਅੱਜ ਦੇ ਜਿਹੜੇ ਹਾਲਾਤ ਬਣੇ ਨੇ, ਤੁਹਾਡੀ ਨਜ਼ਰ ਦੇ ਨਾਲ ਕੀ ਆ? ਦੇਖੋ, ਗੱਲ ਇਹ ਕਿ ਵੀ ਤੁਸੀਂ ਦੇਖਿਆ ਹੋਣਾ ਕਿ ਦੇਸ਼ ਦੇ ਅੰਦਰ ਵੱਖ-ਵੱਖ ਸਮੇਂ 'ਚ ਕਈ ਤਰ੍ਹਾਂ ਦੇ ਮੁੱਦੇ ਉੱਠੇ, ਚਾਹੇ ਉਹ ਸਿਆਸੀ ਸੀਗੇ, ਚਾਹੇ ਉਹ ਨਾਨ ਪੋਲੀਟੀਕਲ ਸੀਗੇ। ਪਰ ਜਦ ਕੋਰਟ 'ਚ ਦੋਨੋਂ ਧਿਰਾਂ ਚਲੇ ਗਈਆਂ, ਇੱਕ ਧਿਰ ਵੀ ਚਲੇ ਗਈ, ਸੋ ਕੋਰਟ ਨੇ ਕਿਤੇ ਨਾ ਕਿਤੇ ਇੰਟਰਫੇਅਰ ਕਰਕੇ ਉਹਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕੀਤੀ। ਸਾਡੀ ਸਰਕਾਰ, ਸ਼੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ, ਭਾਰਤੀ ਜਨਤਾ ਪਾਰਟੀ ਸਰਕਾਰ ਦੀ ਕੋਸ਼ਿਸ਼ ਸੀਗੀ ਕਿ ਇਹ ਸਾਰਾ ਮੁੱਦਾ ਜਿਹੜਾ ਹੈ ਆਪਸੀ ਗੱਲਬਾਤ ਦੇ ਰਾਹੀਂ ਰਿਜ਼ੋਲਵ ਹੋ ਜਾਏ, ਠੀਕ ਹੋ ਜਾਏ। ਪਰ ਵਿੱਚ ਕੁਛ ਲੋਕ ਕੋਰਟ ਚਲੇ ਗਏ। ਹੁਣ ਕੋਰਟ ਨੇ ਇੰਟਰਵੀਨ ਕੀਤਾ ਹੈ। ਅੱਜ ਦੀ ਵੀ ਡੇਟ ਹੈ, ਦੇਖਦੇ ਹਾਂ ਕਿ ਅੱਜ ਕੋਰਟ ਕੀ ਇੰਟਰਮ ਨਿਰਣੇ ਕਰਦਾ ਹੈ। ਅਤੇ ਲੇਕਿਨ ਜਦ ਕੋਰਟ ਇੰਟਰਵੀਨ ਕਰ ਜਾਂਦਾ ਹੈ ਅਤੇ ਦੋਨੋਂ ਧਿਰਾਂ, ਚਾਹੇ ਸਰਕਾਰ ਹੈ ਔਰ ਚਾਹੇ ਉਹ ਕਿਸਾਨ ਜਥੇਬੰਦੀਆਂ ਨੇ ਜਾਂ ਹੋਰ ਲੋਕ ਨੇ, ਉਸ ਤੋਂ ਬਾਉਂਡ ਹੋ ਜਾਂਦੇ ਨੇ, ਉਹਨੂੰ ਫੋਲੋ ਕਰਨਾ ਪੈਂਦਾ। ਲੇਕਿਨ ਦੂਸਰੇ ਪਾਸੇ ਕਿਸਾਨਾਂ ਨੇ ਵੀ ਇਹ ਗੱਲ ਕਹਿਤੀ, ਕੋਰਟ ਦਾ ਆਰਡਰ ਜੋ ਮਰਜ਼ੀ ਆਵੇ, ਸਾਡਾ ਸੰਘਰਸ਼ ਜਾਰੀ ਰਹੂਗਾ। BJP ਨੇ ਵੀ ਦੋ ਅੱਖਰਾਂ 'ਚ ਗੱਲ ਨਿਬੇੜਤੀ ਹੈ ਕਿ ਕਾਨੂੰਨ ਵਾਪਸ ਨਹੀਂ ਹੋਣਗੇ। ਸੋ ਇਸ ਦੇ ਵਿੱਚ ਕੋਰਟ ਹੁਣ ਕੀ ਕਰੇ? ਦੇਖੋ, ਇਸ ਗੱਲ ਨੂੰ ਨਾ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਕਿ ਦੋ ਅੱਖਰਾਂ 'ਚ ਗੱਲ ਨਿਬੇੜਤੀ ਹੈ। ਇਹ ਗੱਲ ਕਹਿਣਾ ਗਲਤ ਹੈ। ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਕਿਸਾਨ ਅੰਦੋਲਨ ਸ਼ੁਰੂ ਹੋਇਆ, ਕਿਉਂ ਸ਼ੁਰੂ ਹੋਇਆ? ਕਿ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਨੇ 3 ਆਰਡੀਨੈਂਸ ਲੈ ਕੇ ਆਈ, ਜਿਹੜੀ ਬਾਅਦ 'ਚ ਪਾਰਲੀਮੈਂਟ ਨੇ ਪਾਸ ਕੀਤੇ ਔਰ ਉਹ ਬਿੱਲ ਬਣ ਗਏ, ਐਕਟ ਬਣ ਗਏ, ਕਾਨੂੰਨ ਬਣ ਗਏ। ਉਹਨਾਂ ਨੇ ਕਿਹਾ ਕਿ ਇਹ 3 ਕਾਨੂੰਨਾਂ ਦੇ ਜਿਹੜਾ ਹੈਗਾ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ, MSP ਬੰਦ ਹੁੰਦੀ ਹੈ, ਸਰਕਾਰੀ ਖਰੀਦ ਬੰਦ ਹੁੰਦੀ ਹੈ, ਸਰਕਾਰੀ ਮੰਡੀ ਬੰਦ ਹੁੰਦੀ ਹੈ। ਮੇਰੇ ਸਮੇਤ ਭਾਰਤੀ ਜਨਤਾ ਪਾਰਟੀ ਦੇ ਸਾਰੇ ਲੀਡਰਸ ਆ, ਚਾਹੇ ਸਾਡੇ ਨਰਿੰਦਰ ਸਿੰਘ ਤੋਮਰ ਜਿਹੜੇ ਸਾਡੇ ਖੇਤੀਬਾੜੀ ਮੰਤਰੀ ਨੇ, ਸ਼੍ਰੀ ਅਮਿਤ ਸ਼ਾਹ ਜੀ ਸਾਡੇ ਹੋਮ ਮਿਨਿਸਟਰ ਨੇ, ਉਹਨਾਂ ਨੇ ਬਾਰ-ਬਾਰ ਕਿਹਾ ਕਿ ਇਹ ਤਿੰਨੋਂ ਕਾਨੂੰਨਾਂ ਦੇ ਅੰਦਰ ਕੋਈ ਵੀ ਇਹੋ ਜਿਹਾ ਸੈਕਸ਼ਨ ਦੱਸੋ ਜਿਹੜੀ MSP ਨੂੰ ਰੋਕਦਾ ਹੋਵੇ, ਜਿਹੜਾ ਸਰਕਾਰੀ ਖਰੀਦ ਨੂੰ ਰੋਕਦਾ ਹੋਵੇ ਜਾਂ ਸਰਕਾਰੀ ਮੰਡੀ ਬੰਦ ਕਰਦਾ ਹੋਵੇ। ਤਿੰਨਾਂ ਬਿੱਲਾਂ ਦੇ ਅੰਦਰ ਕੋਈ ਇਹੋ ਜਿਹਾ ਸੈਕਸ਼ਨ ਨਹੀਂ ਹੈ, ਕੋਈ ਧਾਰਾ ਨਹੀਂ ਹੈ ਜਿਹਦੇ ਕਰਕੇ ਸਰਕਾਰੀ ਖਰੀਦ, ਸਰਕਾਰੀ ਮੰਡੀ ਜਾਂ MSP ਬੰਦ ਹੁੰਦੀ ਹੋਵੇ। ਇੱਕ ਮਿੰਟ, ਮੈਂ ਇੱਕ ਸੈਕਿੰਡ ਕੋਈ ਗੱਲ। ਹੁਣ ਗੱਲ ਇਹ ਕਿ ਵੀ ਸਰਕਾਰ ਨੇ ਗੱਲਬਾਤ ਸ਼ੁਰੂ ਕੀਤੀ, ਅੰਦੋਲਨ ਸ਼ੁਰੂ ਹੋ ਗਿਆ, ਅੰਦੋਲਨ ਕਾਫੀ ਵੱਡਾ ਹੋ ਗਿਆ, ਦਿੱਲੀ ਪਹੁੰਚ ਗਏ, ਸਰਕਾਰ ਨੇ ਗੱਲਬਾਤ ਸ਼ੁਰੂ ਕਰਤੀ।
ਗੱਲਬਾਤ 'ਚ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਗੱਲਾਂ ਲਿਖ ਕੇ ਦਿੱਤੀਆਂ, ਕਿਉਂਕਿ ਲਿਖਤੀ ਤੌਰ 'ਤੇ ਦੇਣਾ ਜਿਹੜਾ ਜ਼ਰੂਰੀ ਹੁੰਦਾ ਤਾਂ ਕਿ ਜਿਹੜੇ ਸਰਕਾਰੀ ਅਫਸਰ ਨੇ ਉਹ ਲਿਖਤੀ ਚੀਜ਼ਾਂ ਦੇ ਉੱਪਰ ਕਾਰਵਾਈ ਕਰਨ, ਉੱਤੇ ਵਿਚਾਰ ਕਰਨ, ਕਿਉਂਕਿ ਕਈ ਵਾਰ ਬੋਲਣ 'ਚ ਗੱਲਾਂ ਮਿਸ ਹੋ ਜਾਂਦੀਆਂ। ਤੇ ਜਿਹੜੀ ਲਿਖਤੀ ਗੱਲਾਂ ਜਿਹੜੀਆਂ ਦਿੱਤੀਆਂ ਸੀਗੀ ਕਿਸਾਨ ਜਥੇਬੰਦੀਆਂ ਨੇ, ਕਿਸਾਨਾਂ ਵੀਰਾਂ ਨੇ, ਕਿਸਾਨ ਜਥੇਬੰਦੀਆਂ ਦੀ ਰਾਹੀਂ ਜਿਹੜੀ ਦਿੱਤੀ ਸੀਗੀ, ਉਹਨਾਂ ਨੂੰ ਸਾਰੀਆਂ ਕੇਂਦਰ ਸਰਕਾਰ ਨੇ ਆਪਣੇ ਡਰਾਫਟ ਪ੍ਰਪੋਜ਼ਲ 'ਚ ਰਿਜ਼ੋਲਵ ਕਰਕੇ ਇਹਨਾਂ ਨੂੰ ਭੇਜਤੀਆਂ ਕਿ ਇਹ ਸਾਡਾ ਡਰਾਫਟ ਹੈ, ਅਸੀਂ ਇਸ ਤਰੀਕੇ ਆਰਡਰ ਪਾਸ ਕਰਨਾ ਚਾਹੁੰਦੇ ਹਾਂ, ਤੁਹਾਨੂੰ ਮਨਜ਼ੂਰ ਹੈ। ਹੁਣ ਜਿਹੜੀਆਂ ਗੱਲਾਂ ਉਹ ਕਹਿੰਦੇ ਨੇ ਉਹ ਗੱਲਾਂ ਸਾਰੀਆਂ ਕੇਂਦਰ ਸਰਕਾਰ ਮੰਨ ਰਿਹਾ, ਪਰ ਹੁਣ ਉਹਨਾਂ ਨੇ ਜਾਣੇ ਅਣਜਾਣੇ 'ਚ ਇੱਕ ਅੜੀ ਪਾ ਲਈ ਕਿ ਤੁਸੀਂ 3 ਕਾਨੂੰਨ ਵਾਪਸ ਕਰੋ। ਹੁਣ ਸਾਡਾ ਫਿਰ ਇਹ ਕਹਿਣਾ ਵੀ ਇਹ 3 ਕਾਨੂੰਨ ਜਿਹੜੇ ਹੈ ਤੁਸੀਂ ਸ਼ੁਰੂ MSP ਤੋਂ ਹੋਏ ਸੀ, ਇਹ 3 ਕਾਨੂੰਨਾਂ 'ਚ MSP ਕਿਤੇ ਨਹੀਂ ਬੰਦ ਹੁੰਦੀ, ਸਰਕਾਰੀ ਖਰੀਦ ਕਿਤੇ ਨਹੀਂ ਬੰਦ ਹੁੰਦੀ, ਸਰਕਾਰੀ ਮੰਡੀ ਕਿਤੇ ਨਹੀਂ ਬੰਦ ਹੁੰਦੀ। ਇਹ 3 'ਚ ਕਿਹੜਾ ਸੈਕਸ਼ਨ ਦੱਸ ਦਿਓ ਨਾ, ਤੇ ਫਿਰ ਅੜੀ ਕਿਉਂ? ਦੇਖੋ ਗੱਲ ਮੇਰੀ ਕਿਸਾਨ ਵੀਰਾਂ ਨੂੰ ਇੰਨੀ ਕੁ ਬੇਨਤੀ ਹੈ, ਕਿਸਾਨ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਜਿਹੜਾ ਹੈਗਾ ਤੁਸੀਂ ਆਪਣੀ ਵੀ ਚਿੰਤਾ ਕਰੋ, ਸਮਾਜ ਦੀ ਚਿੰਤਾ ਵੀ ਕਰੋ, ਦੇਸ਼ ਦੀ ਚਿੰਤਾ ਕਰੋ। ਸਰਕਾਰ ਨੇ ਤੁਹਾਡੀ ਮੰਗਾਂ ਦੇ ਅੰਗ ਪ੍ਰਵਾਨ ਕਰਦੇ ਹੋਏ, ਤੁਹਾਡੀ ਗੱਲਾਂ ਨੂੰ ਮੰਨਦੇ ਹੋਏ, ਹੱਥ ਜੋੜ ਕੇ ਤੁਹਾਡੀ ਸਾਰੀ ਗੱਲਾਂ ਮੰਨਣ ਦਾ ਇੱਕ ਡਰਾਫਟ ਪ੍ਰਪੋਜ਼ਲ ਤੁਹਾਡੇ ਕੋਲ ਭੇਜਦਾ ਹੈ, ਉਹਨੂੰ ਪ੍ਰਵਾਨ ਕਰੋ ਤਾਂ ਕਿ ਜਿਹੜਾ ਹੈਗਾ ਇਸ ਜਿਹੜੀ ਠੰਡ ਹੈ ਇਹਦੇ ਅੰਦਰ ਜਿਹੜੇ ਸਾਡੇ ਕਿਸਾਨ ਵੀਰ ਉੱਥੇ ਬੈਠੇ ਨੇ ਉਹ ਆਪਣੇ ਘਰਾਂ ਨੂੰ ਵਾਪਸ ਪਰਤ ਜਾਣ। ਸਿੱਧੀ ਤੁਸੀਂ ਗੱਲ ਕਹਿ ਰਹੇ ਹੋ ਕਿ ਕਿਸਾਨਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ, ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਫਾਇਦੇ 'ਚ ਨੇ, ਕਿਸਾਨ ਕਹਿੰਦੇ ਸਾਡੇ ਫਾਇਦੇ 'ਚ ਨਹੀਂ। ਦੂਸਰੇ ਪਾਸੇ BJP ਮੰਨ ਰਹੀ ਹੈ ਕਿ ਜਿਹੜੇ ਕਾਨੂੰਨ ਅਸੀਂ ਲਾਏ ਨੇ ਉਹਨਾਂ ਵਿੱਚ ਸੋਧ ਕਰ ਦਿੰਦੇ ਹਾਂ। ਤੀਸਰੇ ਪਾਸੇ ਕਹਿ ਰਿਹਾ ਜਾ ਕਿ ਕਿਸਾਨਾਂ ਨੂੰ ਇਹਦੇ ਨਾਲ ਫਾਇਦਾ ਹੋਵੇਗਾ। ਤਿੰਨੇ ਗੱਲ ਸੋਧ ਨਹੀਂ ਕਿਹਾ, ਮਤਲਬ ਜੋ ਅੱਜ ਵੀ ਅਸੀਂ ਅਮੈਂਡਮੈਂਟ ਜਿਹੜੀ ਸ਼ਬਦ ਕਰ ਰਹੇ ਨਾ, ਅੱਜ ਵੀ ਕੀ ਕਰ ਰਹੇ ਹਾਂ। ਤੇ ਮੇਰਾ ਕੁਐਸਚਨ ਸੁਣ ਲਓ ਜੀ ਇੱਕ ਮਿੰਟ ਸਰ, ਕੁਐਸਚਨ ਤੁਸੀਂ ਕਰ ਕਿ 2 ਗੱਲਾਂ ਸਮਝੋ, ਕਿਸਾਨਾਂ ਦੀ ਮੰਗਾਂ ਇੱਕ, ਦੂਜਾ ਜਿਹੜਾ ਹੈਗਾ 3 ਬਿੱਲ ਜਿਹੜੀ ਕਿਸਾਨਾਂ ਨੇ ਮੰਗਾਂ ਦੇ ਲਿਖ ਕੇ ਦਿੱਤੀ ਉਹ ਤਾਂ ਪੂਰੀਆਂ ਹੋ ਗਈਆਂ, ਤੇ ਫਿਰ 3 ਬਿੱਲਾਂ ਦੇ ਉੱਪਰ ਅੜੀ ਕਿਸ ਗੱਲ ਦੀ ਹੈ? ਕਿਉਂ 3 ਬਿੱਲਾਂ ਕਰਕੇ ਤੁਹਾਡੀ ਮੰਗਾਂ ਤੇ ਕਿਤੇ ਕੋਈ ਰੁਕਾਵਟ ਨਹੀਂ ਆ ਰਹੀ, ਤੇ ਅੜੀ ਕਿਸ ਗੱਲ ਦੀ ਹੈ? ਇਹ ਅੜੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਕਿਸਾਨ ਜਦੋਂ ਪਹਿਲਾਂ BJP ਦੇ ਦਫ਼ਤਰ ਗਏ ਨੇ, ਤੁਹਾਡੇ ਮਿਨਿਸਟਰਾਂ ਨੂੰ ਮਿਲੇ ਨੇ, ਲੇਕਿਨ ਉਹਨਾਂ ਨੂੰ ਮਿਲਣ ਦੇ ਲਈ ਸਮਾਂ ਵੀ ਨਹੀਂ ਦਿੱਤਾ ਜਾ ਰਿਹਾ ਸੀ। ਫਿਰ ਸਰਕਾਰ ਆਪ ਆਈ ਚੱਲ ਕੇ ਕਿ ਅਸੀਂ ਇਹਨਾਂ ਦੀ ਜਿਹੜੀ ਗੱਲ ਸੁਣਨ ਦੇ ਲਈ ਤਿਆਰ ਆ। ਹੁਣ ਕਿਸਾਨ ਕਹਿੰਦੇ ਅਸੀਂ ਜਿਹੜੇ ਬਿੱਲ ਵਾਪਸ ਕਰਾ ਕੇ ਹੀ ਰਹਿਣੇ ਆ। ਪੂਰੇ ਦੇਸ਼ ਦਾ ਕਿਸਾਨ ਅੱਜ ਇਕੱਠਾ ਹੋ ਗਿਆ, ਲੇਕਿਨ ਦੂਸਰੇ ਪਾਸੇ ਨਰਿੰਦਰ ਸਿੰਘ ਤੋਮਰ ਇਹ ਗੱਲ ਕਹਿ ਰਹੇ ਨੇ ਕਿ ਸਾਡੇ ਕੋਲ ਕੁਝ ਜਥੇਬੰਦੀਆਂ ਆ ਰਹੀਆਂ ਨੇ ਜਿਹੜੀਆਂ ਕਿਸ ਚੀਜ਼ ਦਾ ਫਾਇਦਾ ਕਹਿ ਰਹੀਆਂ ਨੇ। ਇਹਦਾ ਮਤਲਬ ਪੰਜਾਬ ਦਾ ਕਿਸਾਨ, ਹਰਿਆਣਾ ਦਾ ਕਿਸਾਨ ਸਮਝ ਨਹੀਂ ਰਿਹਾ ਕਿ ਉਹਨਾਂ ਦਾ ਫਾਇਦਾ। ਬਿਲਕੁਲ, ਮੈਂ ਇਹ ਗੱਲ ਕਹਿਣਾ ਚਾਹੂੰਗਾ, ਇੱਕ ਝੂਠ ਨੂੰ ਅੱਜ ਸੱਚ ਬਣਾਤਾ ਇਹਨਾਂ ਜਥੇਬੰਦੀਆਂ ਨੇ। ਇਹ ਬਹੁਤ ਵੱਡਾ ਇੱਕ ਝੂਠ ਹੈ ਕਿ ਇਹ 3 ਬਿੱਲਾਂ ਕਰਕੇ MSP ਬੰਦ ਹੋ ਰਹੀ, ਸਰਕਾਰੀ ਖਰੀਦ ਬੰਦ ਹੋ ਰਹੀ, ਸਰਕਾਰੀ ਮੰਡੀ ਹੋ ਰਹੀ। ਇਹ ਝੂਠ ਹੈ, ਪਰ ਇਸ ਝੂਠ ਨੂੰ ਸੱਚ ਬਣਾਤਾ। ਔਰ ਜੋ ਕਿਸਾਨ ਜਥੇਬੰਦੀਆਂ ਕਹਿੰਦੀ ਨੇ ਉਹ ਕਿਸਾਨਾਂ ਦੇ ਦਿਮਾਗ 'ਚ ਗੱਲ ਪੈਂਦੀ ਹੈ, ਸਰਕਾਰ ਵਾਲੀ ਗੱਲ ਜਿਹੜੀ ਹੈ ਉਹਨਾਂ ਨੂੰ ਧਿਆਨ ਨਹੀਂ ਆ ਰਹੀ। ਠੀਕ ਹੈ, ਹੁਣ ਮੈਂ ਇੰਨਾ ਕਹਿਣਾ ਚਾਹੂੰਗਾ ਔਰ ਦੁਬਾਰਾ ਸਾਫ਼ ਔਰ ਸਪਸ਼ਟ ਕਹਿਣਾ ਚਾਹੂੰਗਾ ਕਿ ਭਾਰਤੀ ਜਨਤਾ ਪਾਰਟੀ ਕਿਸਾਨ ਪੱਖੀ ਪਾਰਟੀ ਹੈ। ਤੁਹਾਨੂੰ ਯਾਦ ਹੋਏ ਸਵਾਮੀਨਾਥਨ ਕਮਿਸ਼ਨ ਨੇ ਕਹਿੰਦਾ ਸੀ ਕਿ ਜੇ ਕਿਸੇ ਫਸਲ ਦੀ ਲਾਗਤ ਮੁੱਲ 100 ਰੁਪਏ ਹੈ ਤੇ 50 ਰੁਪਏ ਉੱਪਰ ਐਡ ਕਰਕੇ 50% ਐਡ ਕਰਕੇ ਉਹਦਾ ਸਮਰਥਨ ਮੁੱਲ ਡਿਕਲੇਅਰ ਕਰੋ। ਇਹ ਫਾਰਮੂਲਾ ਕਿਹਨੇ ਐਕਸੈਪਟ ਕੀਤਾ? ਕਾਂਗਰਸ ਸਰਕਾਰ 10 ਸਾਲ ਫਾਈਲ ਧੂਲ ਚਾਂਕਦੀ ਰਹੀ, ਇਹ ਨਰਿੰਦਰ ਮੋਦੀ ਜੀ ਸਰਕਾਰ ਨੇ ਕੀਤਾ। ਕਿਸਾਨਾਂ ਦਾ सम्मान, ਵਰਡ ਅਸੀਂ सम्मान ਨਿਧੀ, ਕਿ ਜਿਹੜਾ ਉਹ ਇੰਨਾ ਜ਼ਿਆਦਾ ਸੈਕਰੀਫਾਈਸ ਕਰਦੇ ਨੇ, ਇੰਨੀ ਮਿਹਨਤ ਕਰਦੇ ਨੇ, ਉਹਨਾਂ ਦੇ ਹਰ ਸਾਰੇ ਅਕਾਊਂਟ 'ਚ ਚਾਹੇ ਛੋਟਾ ਅਮਾਊਂਟ ਹੈ, ਪਰ ਜਦ ਪੂਰੇ ਦੇਸ਼ 'ਚ ਬਣਨੇ ਜੇ ਕਈ ਹਜ਼ਾਰ ਕਰੋੜ ਰੁਪਏ ਅਮਾਊਂਟ ਬਣ ਜਾਂਦਾ ਹੈ, 6-6 ਹਜ਼ਾਰ ਰੁਪਏ ਖਾਤਿਆਂ 'ਚ BJP ਪਾ ਰਹੀ ਹੈ। ਯੂਰੀਆ ਜੇ ਤੁਸੀਂ ਦੇਖੋਗੇ ਕਿਸਾਨਾਂ ਵਾਸਤੇ BJP ਨੇ ਬਹੁਤ ਕੁਝ ਕੀਤਾ ਹੈ, ਔਰ ਇਹਨਾਂ 3 ਬਿੱਲਾਂ ਦੇ ਅੰਦਰ ਕਿਸਾਨਾਂ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ। ਇੱਕ ਗੱਲ ਹੋਰ, ਪੂਰੇ ਦੇਸ਼ ਦਾ ਕਿਸਾਨ ਨਹੀਂ ਆਇਆ। ਕਿਸਾਨ ਇਕੱਲਾ ਪੰਜਾਬ ਦਾ ਹੈ, ਹਰਿਆਣਾ ਦੇ ਕਿਸਾਨ ਕੁਛ ਨਾਲ ਜੁੜੇ ਨੇ, ਪੂਰੇ ਦੇਸ਼ ਦਾ ਕਿਸਾਨ ਉੱਥੇ ਨਹੀਂ ਹੈ। ਬਹੁਤ ਸਾਰੀ ਕਿਸਾਨ ਜਥੇਬੰਦੀਆਂ ਨੇ, ਦੇਸ਼ ਭਰ ਦੀ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਇਹ ਕਾਨੂੰਨ ਕਿਸਾਨਾਂ ਦੇ ਹਿੱਤ 'ਚ ਨੇ, ਤੁਸੀਂ ਇਹਨਾਂ ਕਾਨੂੰਨਾਂ ਨੂੰ ਜਾਰੀ ਰੱਖੋ। ਉਹ ਕਹਿੰਦੇ ਨੇ ਜਿਹੜੀ ਮੰਗਾਂ ਮੰਨ ਲਓ, ਜਿਹੜੀਆਂ ਮੰਗਾਂ ਇਹ ਕਹਿੰਦੇ ਉਹ ਮੰਨ ਲਓ, ਪਰ 3 ਬਿੱਲਾਂ ਨੂੰ ਨਾ ਤੁਸੀਂ ਰੱਦ ਕਰੋ, 3 ਇਹ ਜਿਹੜੇ ਕਾਨੂੰਨ ਰੱਦ ਨਾ ਕਰੋ, ਕਿਉਂਕਿ ਇਹ ਕਿਸਾਨਾਂ ਦੇ ਫਾਇਦੇ 'ਚ ਨੇ, ਕਿਸਾਨ ਪੱਖੀ ਨੇ। ਤੇ ਹੁਣ ਤੱਕ ਤੁਸੀਂ ਇਹ ਗੱਲ ਕਿਸਾਨਾਂ ਨੂੰ ਸਮਝਾ ਨਹੀਂ ਪਾਏ ਕਿ ਕਿਸਾਨਾਂ ਦੇ ਹੱਕ 'ਚ ਨੇ। BJP ਦੇ ਲੀਡਰਾਂ ਦਾ ਘਰੋਂ ਨਿਕਲਣਾ ਬੰਦ ਹੋ ਗਿਆ, ਰੈਲੀਆਂ ਤੁਹਾਡੀਆਂ ਬੰਦ ਹੋ ਗਈਆਂ। ਬੰਗਾਲ ਦੇ ਵਿੱਚ BJP ਨਹੀਂ ਜਾ ਨਹੀਂ ਸਕਦੀ, ਹਰਿਆਣੇ ਦੇ ਵਿੱਚ BJP ਸਰਕਾਰ, ਉੱਥੇ ਉਹਨਾਂ ਦਾ ਵਿਰੋਧ ਹੋ ਰਿਹਾ। ਪੰਜਾਬ ਦੇ ਵਿੱਚ BJP ਦੇ ਕਿਸੇ ਲੀਡਰ ਨੂੰ ਘਰ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ। ਤੁਸੀਂ ਦੇਸ਼ ਦੇ ਕਿਸਾਨ ਦੀ ਗੱਲ ਕਰ ਰਹੇ ਹੋ, ਮਹਾਰਾਸ਼ਟਰ, ਤੇਲੰਗਾਨਾ, ਸਾਰੇ ਯਾਰ। ਇੱਕ ਮਿੰਟ ਸਰ, ਮੇਰਾ ਕੁਐਸਚਨ ਸੁਣ ਲਓ, ਮੇਰਾ ਕੁਐਸਚਨ ਸੁਣ ਲਓ ਜੀ ਸਰ, ਕੁਐਸਚਨ ਤਾਂ ਸੁਣ ਦਿਓ, ਤੁਸੀਂ ਦੇ ਦਿਓ ਜੀ। ਸੋ ਜਿਹੜਾ ਸਾਰੇ ਕਿਸਾਨ ਨਾਲ ਜੁੜੇ ਹੋਏ ਨੇ, ਸੋ ਜੇ ਕਿਸਾਨਾਂ ਨੂੰ ਇਸ ਚੀਜ਼ ਦੀ ਲੋੜ ਹੀ ਨਹੀਂ ਸੀ, ਉਹਨਾਂ 'ਚ ਥੋਪਿਆ ਕਿਉਂ ਜਾ ਰਿਹਾ? ਲੋਕਾਂ ਦੇ ਕਾਰਪੋਰੇਟ ਘਰਾਣਾ ਜਿਹੜਾ ਚਲਾ ਰਿਹਾ, ਸੋ BJP ਉਸ ਦੇ ਅੰਡਰ ਰਹਿ ਕੇ ਕੰਮ ਕਰ ਰਹੀ। ਦੇਖੋ, ਵੈਸਟ ਬੰਗਾਲ ਦੇ ਅੰਦਰ ਸਿਆਸੀ ਲੜਾਈ ਹੈ, ਮਮਤਾ ਬੈਨਰਜੀ ਨਾਲ ਲੜਾਈ ਹੈ, ਔਰ ਇਹ ਕਾਨੂੰਨ ਆਉਣ ਤੋਂ ਪਹਿਲੇ ਦੀ ਲੜਾਈ ਚੱਲ ਰਹੀ। ਕੋਈ ਨਹੀਂ, ਪਿਛਲੇ 3-4 ਸਾਲ ਤੋਂ ਲਗਾਤਾਰ ਚੱਲ ਰਹੇ ਹੋ। ਉੱਥੇ ਦੇ ਜਿਹੜਾ ਮਮਤਾ ਬੈਨਰਜੀ ਹੈ ਉਹ ਵਾਇਲੈਂਸ ਦੇ ਉੱਪਰ ਜਿਹੜਾ ਹੈਗਾ ਸਾਡੇ ਵਰਗਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਉਹਦਾ ਇਸ ਕਿਸਾਨ ਅੰਦੋਲਨ ਨਾਲ ਕੋਈ ਰਿਸ਼ਤਾ ਨਹੀਂ ਹੈ।
ਇਸ ਅੰਦੋਲਨ ਦੇ ਅੰਦਰ ਅਧਿਕਤਰ ਕਿਸਾਨ ਜਿਹੜੇ ਹੈਗੇ ਨੇ, ਅਧਿਕਤਰ ਪੂਰੇ ਪੰਜਾਬ ਦੇ ਫਿਰ ਕਿਸਾਨ ਨਹੀਂ ਆਏ, ਪਰ ਅਧਿਕਤਰ ਕਿਸਾਨ ਜਿਹੜੇ ਉੱਥੇ ਬੈਠੇ ਨੇ ਉਹ ਜਿਹੜੇ ਹੈਗੇ ਨੇ ਉਹ ਸਿਰਫ ਪੰਜਾਬ ਤੋਂ ਨੇ, ਹਰਿਆਣਾ ਤੋਂ ਕੁਛ ਨੇ, ਔਰ ਕੁਛ ਜਿਹੜੇ ਹੈ ਜੇ ਟਕੇਤ ਸਾਹਿਬ ਯੂਪੀ ਤੋਂ ਲਿਆ, ਸਿੰਬੋਲਿਕ ਹੀ ਕਹਿ ਲਓ, ਪ੍ਰਤੀਕਾਤਮਕ ਕਹਿ ਲਓ, ਥੋੜ੍ਹੇ ਜਿਹੇ ਬਿਹਾਰ ਤੋਂ ਪ੍ਰਤੀਕਾਤਮਕ, ਪਰ ਬਾਹਰੋਂ ਹੋਰ ਕਿਤੋਂ ਨਹੀਂ ਹੈ। ਹਰਿਆਣਾ 'ਚੋਂ ਵੀ ਪੂਰਾ ਕਿਸਾਨ ਜਿਹੜਾ ਹੈ ਉਹ ਅੰਦੋਲਨ ਦੇ ਨਾਲ ਨਹੀਂ ਖੜਾ। ਮੈਂ ਫੇਰ ਕਹਿਣਾ, ਦੋ ਗੱਲਾਂ ਸਾਫ਼ ਸਮਝ ਲਓ। ਕਿਸਾਨ ਜਥੇਬੰਦੀ ਜਿਹੜੀ ਗੱਲਾਂ ਬੋਲ ਰਹੀ ਹੈ, ਜਿਹੜੀ ਮੰਗਾਂ ਕਰ ਰਹੀ ਹੈ, ਉਹ ਮੰਗਾਂ ਭਾਰਤ ਸਰਕਾਰ ਨੇ ਪ੍ਰਵਾਨ ਕਰਦੀਆਂ। ਡਰਾਫਟ ਪ੍ਰਪੋਜ਼ਲ ਕਿਸਾਨ ਜਥੇਬੰਦੀਆਂ ਨੂੰ ਲਿਖ ਕੇ ਭੇਜਤੀ, ਔਰ 3 ਬਿੱਲਾਂ ਦਾ ਜਿਹੜਾ ਹੈਗਾ ਉਹ ਕਿਸਾਨ ਜਥੇ ਮੰਗਾਂ ਹੈਗੀਆਂ ਉਹਦੇ ਉੱਪਰ ਕੋਈ ਅਸਰ ਨਹੀਂ ਪੈਂਦਾ। 3 ਬਿੱਲਾਂ ਕਰਕੇ ਨਾ MSP ਬੰਦ ਹੁੰਦੀ, ਨਾ ਸਰਕਾਰੀ ਖਰੀਦ ਬੰਦ ਹੁੰਦੀ, ਨਾ ਸਰਕਾਰੀ ਮੰਡੀ ਬੰਦ ਹੁੰਦੀ ਹੈ। ਇਹ ਅੜੀ ਛੱਡੋ, ਵਾਪਿਸ ਜਾਓ, ਤੁਹਾਡੀ ਸਾਰੀ ਗੱਲਾਂ ਮੰਨੀਆਂ ਗਈਆਂ। ਸੋ ਦੂਸਰੇ ਪਾਸੇ ਦੇਖੀਏ ਕਿ ਜਿਹੜੀਆਂ ਲਗਾਤਾਰ ਵਰਚੁਅਲ ਰੈਲੀਆਂ ਕੀਤੀਆਂ ਜਾ ਰਹੀਆਂ ਨੇ, ਬੀਜੇਪੀ ਦੇ ਕਿੰਨੇ ਮਿਨਿਸਟਰ ਲੱਗੇ ਹੋਏ ਨੇ, ਨਰਿੰਦਰ ਮੋਦੀ ਦਿੱਲੀ ਦੇ ਵਿੱਚ ਬੈਠੇ ਨੇ, ਹਾਲਾਂਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ, ਉਹ ਕਿਸਾਨਾਂ ਦੇ ਕੋਲ ਆਏ ਨੇ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗਏ ਨੇ, ਸੁਖਬੀਰ ਸਿੰਘ ਬਾਦਲ ਗਏ ਨੇ। ਸੋ ਹੋਰ ਜਿਹੜੇ ਜਾ ਰਹੇ ਨੇ, ਨਰਿੰਦਰ ਮੋਦੀ ਜੀ ਕੋਲ ਕਿਉਂ ਟਾਈਮ ਨਹੀਂ ਕਿਸਾਨਾਂ ਨੂੰ ਮਿਲਦਾ? ਦੇਖੋ, ਸਰਕਾਰ ਗੱਲਬਾਤ ਕਰ ਰਹੀ ਹੈ। ਮੋਦੀ ਜੀ ਪ੍ਰਾਈਮ ਮਿਨਿਸਟਰ ਨੇ, ਪ੍ਰਾਈਮ ਮਿਨਿਸਟਰ ਤੋਂ ਬਾਅਦ ਅੱਗੇ ਹੋਮ ਮਿਨਿਸਟਰ ਹੈ, ਹੋਮ ਮਿਨਿਸਟਰ ਤੋਂ ਬਾਅਦ ਅੱਗੇ ਐਗਰੀਕਲਚਰ ਮਿਨਿਸਟਰ ਨੇ। ਇਹ ਸਾਰਾ ਸਰਕਾਰੀ ਤੰਤਰ ਉਹਨਾਂ ਦੇ ਨਾਲ ਗੱਲ ਕਰ ਰਿਹਾ ਹੈ। ਨਾ ਸਿਰਫ ਗੱਲ ਕਰ ਰਿਹਾ, ਬਲਕਿ ਸਰਕਾਰੀ ਤੰਤਰ ਕਿਸਾਨਾਂ ਦੇ ਅੱਗੇ ਹੱਥ ਜੋੜ ਕੇ ਖੜਾ ਹੈ ਕਿ ਇਹ ਤੁਹਾਡੀਆਂ ਗੱਲਾਂ ਅਸੀਂ ਜੋ ਤੁਸੀਂ ਲਿਖ ਦਿੱਤੀਆਂ ਸਾਰੀ ਮੰਨ ਲੀਆਂ, ਹੁਣ ਅੰਦੋਲਨ ਨੂੰ ਵਾਪਿਸ ਕਰੋ। ਇਸ ਅੰਦੋਲਨ, ਕਿਸਾਨ ਅੰਦੋਲਨ ਕਰਕੇ ਜਿਹੜਾ ਹੈਗਾ ਇੱਕ ਬਹੁਤ ਵੱਡਾ ਨੁਕਸਾਨ ਹੋ ਰਿਹਾ। ਚਲੋ, ਇਸ ਗੱਲ ਨੂੰ ਮੈਂ ਦੂਜੇ ਤਰੀਕੇ ਸਮਝਾਉਣ ਦੀ ਕੋਸ਼ਿਸ਼ ਕਰਦਾ। ਤੁਸੀਂ ਕਹਿੰਦੇ ਹੋ ਅੰਨਦਾਤਾ, ਮੈਂ ਕਹਿੰਦਾ ਜੀ ਅੰਨਦਾਤਾ ਇੰਪੋਰਟੈਂਟ ਹੈ, ਲੇਕਿਨ ਸਮਾਜ ਦੀ ਬਾਕੀ ਜਿਹੜੀਆਂ ਹੋਰ ਅੰਗ ਨੇ, ਚਾਹੇ ਉਹ ਇੰਡਸਟਰੀ ਹੈ, ਚਾਹੇ ਵਪਾਰ ਹੈ, ਚਾਹੇ ਉਹ ਛੋਟਾ ਮੋਟਾ ਵਪਾਰੀ ਹੈ, ਚਾਹੇ ਉਹ ਡਾਕਟਰ ਹੈ, ਚਾਹੇ ਉਹ ਐਜੂਕੇਸ਼ਨਿਸਟ ਹੈ, ਚਾਹੇ ਉਹ ਸਫਾਈ ਕਰਮਚਾਰੀ ਹੈ, ਚਾਹੇ ਉਹ ਠੇਲੇ ਵਾਲਾ ਹੈ, ਇਹ ਸਾਰੇ ਇੰਪੋਰਟੈਂਟ ਨੇ। ਹੁਣ ਸਾਡਾ ਸਰੀਰ ਹੈ, ਮੂੰਹ ਤੋਂ ਅਸੀਂ ਖਾਣਾ ਖਾਂਦੇ, ਮੈਂ ਮੂੰਹ ਤੋਂ ਬੋਲਦਾ ਪਿਆ, ਤੇ ਕਿਆ ਅੱਖਾਂ ਇੰਪੋਰਟੈਂਟ ਨਹੀਂ ਹੈ? ਕਿਆ ਮੇਰੇ ਨੱਕ ਇੰਪੋਰਟੈਂਟ ਨਹੀਂ ਹੈ? ਕਿਆ ਇਹ ਹੱਥ ਇੰਪੋਰਟੈਂਟ ਨਹੀਂ ਹੈ? ਕਿਆ ਮੇਰੀ ਟੰਗਾ ਇੰਪੋਰਟੈਂਟ ਨਹੀਂ ਹੈ? ਜਿਹੜਾ ਦਿਲ ਮੇਰਾ ਅੰਦਰ ਕੰਮ ਕਰਦਾ ਉਹ ਇੰਪੋਰਟੈਂਟ ਨਹੀਂ ਹੈ? ਮੇਰੀ ਗੱਲ ਸੁਣ ਲਓ ਜੀ, ਤੁਹਾਡਾ ਕਹਿਣ ਤੋਂ ਭਾਵ ਜਿਹੜਾ ਉੱਥੇ ਬੈਠੇ, ਇਸ ਸਰੀਰ, ਜਿਵੇਂ ਸਰੀਰ ਸਾਰੇ ਚੀਜ਼ਾਂ ਨਾਲ ਬਣਦਾ ਹੈ, ਉਸ ਤਰ੍ਹਾਂ ਹੀ ਜਿਹੜਾ ਸਮਾਜ ਜਿੱਥੇ ਰਹਿੰਦੇ ਆ, ਇਹ ਸਾਰਿਆਂ ਦੇ ਨਾਲ ਮਿਲ ਕੇ ਚੱਲਦਾ ਹੈ। ਹੁਣ ਅੰਨਦਾਤਾ ਤੁਸੀਂ ਬਾਰ-ਬਾਰ ਕਹਿੰਦੇ ਹੋ, ਤਾਂ ਅੰਨਦਾਤਾ ਜਿਹੜਾ ਕੱਪੜੇ ਪਾ ਕੇ ਆਇਆ, ਕਿਆ ਉਹ ਖੇਤਾਂ ਚੋਂ ਗਿਆ? ਜਿਸ ਟਰੈਕਟਰ ਟਰਾਲੀ ਚੜ੍ਹ ਕੇ ਆਏ, ਕਿਆ ਉਹ ਖੇਤਾਂ ਚੋਂ ਨੇ? ਜਿਹੜੇ ਤਰਪਾਲਾਂ ਪਾਈ ਬੈਠੇ ਨੇ, ਕਿਆ ਉਹ ਖੇਤਾਂ ਚੋਂ ਗਈਆਂ? ਜਿਹੜੀਆਂ ਰੋਟੀ ਮੇਕਿੰਗ ਮਸ਼ੀਨ ਆ ਗਈਆਂ, ਵੀ ਇੱਕ ਪਾਟਾ ਪਾ ਦੋ ਰੋਟੀਆਂ ਨਿਕਲਦੀਆਂ, ਕਿਆ ਉਹ ਖੇਤਾਂ ਚੋਂ ਗਈਆਂ ਨੇ? ਜਿਹੜੇ ਮਾਈਕ ਤੋਂ ਬੋਲਦੇ ਖੇਤਾਂ ਚੋਂ ਗਏ? ਜਿਹੜੇ ਮੋਬਾਈਲ ਤੋਂ ਤੁਸੀਂ ਫੇਸਬੁੱਕ ਲਾਈਵ ਹੋ ਰਹੇ, TV ਚੈਨਲ ਚੱਲ ਰਹੇ ਹੋ, ਸੋਸ਼ਲ ਮੀਡੀਆ ਦਿਖ ਰਹੇ ਹੋ, ਕਿਆ ਉਹ ਖੇਤਾਂ ਚੁੱਕਦਾ ਹੈ? ਨਹੀਂ। ਇਹ ਸਭ ਵਪਾਰ ਇੰਡਸਟਰੀ ਦੇ ਰਾਹੀਂ ਆਇਆ ਹੋਇਆ ਹੈ। ਇਹਦਾ ਮਤਲਬ ਹੈ ਕਿ ਸਾਡਾ ਸਾਰੀ ਚੀਜ਼ਾਂ ਇੰਪੋਰਟੈਂਟ ਨੇ। ਇਸ ਕਰਕੇ ਤੁਹਾਡੇ ਅੰਦੋਲਨ ਕਰਕੇ ਪੰਜਾਬ ਦੀ ਇੰਡਸਟਰੀ ਜਿਹੜੀ ਕਰੋਨਾ ਦੇ ਮਾਰ ਥੱਲੇ ਸੀ, ਉਹ ਤਬਾਹ ਹੋ ਰਹੀ ਹੈ, ਬਰਬਾਦ ਹੋ ਰਹੀ ਹੈ। ਹੁਣ ਤਾਂ ਹਿਮਾਚਲ ਤੇ ਵੀ ਅਸਰ ਆ ਗਿਆ। ਜੰਮੂ ਕਸ਼ਮੀਰ ਵਾਲੇ ਪਹਿਲੇ ਰੋ ਰਹੇ ਨੇ, ਹਿਸਾਰ ਪਾਨੀਪਤ ਬੈਲਟ ਦੇ ਜਿਹੜੇ ਵਪਾਰੀ ਉਹ ਰੋ ਰਹੇ ਨੇ। ਮੇਰੀ ਬੇਨਤੀ ਕਿਸਾਨ ਵੀਰਾਂ ਨੂੰ, ਜਿਹੜਾ ਹੈਗਾ ਸਰੀਰ ਦੇ ਬਾਕੀ ਅੰਗਾਂ ਨੂੰ ਖਰਾਬ ਨਾ ਕਰੋ, ਧਿਆਨ ਕਰੋ। ਤੁਹਾਡੀ ਗੱਲਾਂ ਸਾਰੀਆਂ ਜੋ ਕਿਸਾਨ ਜਥੇਬੰਦੀ ਨੇ ਗੱਲਾਂ ਲਿਖ ਕੇ ਦਿੱਤੀਆਂ ਸੀ, ਉਹ ਸਾਰੀਆਂ ਸਰਕਾਰ ਨੇ ਪ੍ਰਵਾਨ ਕਰਤੀਆਂ। ਡਰਾਫਟ ਪ੍ਰਪੋਜ਼ਲ ਤੁਹਾਡੇ ਕੋਲ ਹੈ। ਇਸ 3 ਬਿੱਲਾਂ ਨੂੰ ਵਿਡਰਾਅ ਕਰਨ ਦੀ ਅੜੀ ਛੱਡੋ, ਕਿਉਂਕਿ ਇਨ 3 ਕਾਨੂੰਨਾਂ ਕਰਕੇ ਨਾ ਤਾਂ MSP ਬੰਦ ਹੋ ਰਹੀ ਹੈ, ਨਾ ਸਰਕਾਰੀ ਖਰੀਦ ਬੰਦ ਹੋ ਰਹੀ ਹੈ, ਨਾ ਸਰਕਾਰੀ ਮੰਡੀ ਬੰਦ ਹੋ ਰਹੀ ਹੈ। ਅੱਛਾ, ਇੱਕ ਗੱਲ ਜੀ, ਤੁਸੀਂ ਕਿਹਾ ਕਿ ਅੰਨਦਾਤਾ ਜਿਹੜਾ ਉੱਥੇ ਬੈਠਾ, ਤੁਹਾਨੂੰ ਕੀ ਲੱਗਦਾ ਸ਼ੌਂਕ ਨੂੰ ਬੈਠਾ ਜੀ ਉੱਥੇ ਜਾ ਕੇ? ਜਿਹੜਾ ਠੰਡ ਦੇ ਵਿੱਚ ਤਰਪਾਲਾਂ ਲਈ ਬੈਠਾ, ਉੱਥੇ ਰੋਟੀਆਂ ਮਸ਼ੀਨ ਦੇ ਰਾਹੀਂ ਬਣ ਰਹੀਆਂ ਨੇ। ਹਾਲਾਂਕਿ ਤੁਸੀਂ ਵੀ ਘਰੇ ਸੌਂਦੇ ਹੋ, ਮੈਂ ਵੀ ਘਰੇ ਸੌਂਦਾ ਵਾਂ, ਅਸੀਂ ਵੀ ਉੱਥੇ ਜਾ ਕੇ ਆਏ ਹਾਂ, ਤੁਸੀਂ ਉੱਥੇ ਨਹੀਂ ਜਾ ਸਕੇ ਹੋਵੋਗੇ। ਤਾਂ ਲੇਕਿਨ ਉਹ ਜਿਹੜੇ ਲੋਕ ਨੇ ਉੱਥੇ ਬੈਠੇ ਨੇ, ਸ਼ੌਂਕ ਨੂੰ ਨਹੀਂ ਬੈਠੇ। ਦੂਸਰੀ ਗੱਲ, ਜੇ ਤੁਸੀਂ ਕਹਿੰਦੇ ਹੋ ਕਿ ਅੰਨਦਾਤਾ ਸਾਰਾ ਕੁਛ ਨਹੀਂ ਉੱਥੇ, ਮਸ਼ੀਨ ਨਹੀਂ ਬਣਾਉਂਦਾ ਹੈਗਾ, ਟਰੈਕਟਰ ਨਹੀਂ ਬਣਾਉਂਦਾ ਹੈਗਾ, ਤਾਂ ਰੋਟੀ ਵਾਲੀ ਮਸ਼ੀਨ ਨਹੀਂ ਬਣਦੀ ਹੈਗੀ, ਸੋ ਸਰਕਾਰ ਵੀ ਪੈਸੇ ਆਪਦੀ ਜੇਬ 'ਚੋਂ ਤਾਂ ਨਹੀਂ ਲਾਉਂਦੀ, ਸਰਕਾਰ ਜਨਤਾ ਦਾ ਹੀ ਪੈਸਾ ਆਉਂਦਾ। ਜੇ ਜਨਤਾ ਨਹੀਂ ਚਾਹੁੰਦੀ ਤਾਂ ਉਹਨਾਂ ਦਾ ਕਿਉਂ ਜਿਹੜਾ ਜ਼ਬਰਦਸਤੀ ਥੋਪਿਆ ਜਾ ਰਿਹਾ? ਦੇਖੋ, ਜਨਤਾ ਦੀ ਕਿਹੜੀ ਗੱਲ ਕਰੋਗੇ? ਪੰਜਾਬ ਦੇ ਅੰਦਰ ਵੀ ਇੱਕ ਰਾਏ ਨਹੀਂ ਹੈ। ਕਿਸਾਨਾਂ ਦੇ ਇਲਾਵਾ ਹੋਰ ਕੌਣ ਇਹਦੇ ਨਾਲ ਖੜਾ ਹੈ? ਔਰ ਕਿਸਾਨ ਵੀ ਸਾਰੇ ਨਹੀਂ ਹੈ। ਪੰਜਾਬ ਦੇ ਘੱਟ-ਘੱਟ 11-12 ਜਿਹੜੀ ਜਥੇਬੰਦੀਆਂ, ਉਹ ਇਹਨਾਂ ਨੂੰ ਮਿਲ ਕੇ ਆਈਆਂ, ਤੋਮਰ ਸਾਹਿਬ ਨੂੰ ਕਹਿ ਕੇ ਆਈਆਂ ਵੀ ਸਾਨੂੰ ਇਹ ਕਾਨੂੰਨ ਚਾਹੀਦੇ ਨੇ, ਇਹ ਛੱਡੋ ਨਾ। ਹੁਣ ਗੱਲ ਇਹ ਤੁਸੀਂ ਕਹੋਗੇ ਉਹ ਕਿਸਾਨ ਜਥੇਬੰਦੀਆਂ ਨਹੀਂ ਹੈ, ਉਹ ਫਰਾਡ ਹੈ। ਕਈ ਜਾਣੋ, ਕੋਈ ਫਰਕ ਨਹੀਂ ਪੈਂਦਾ। ਪੂਰੇ ਦੇਸ਼ ਦਾ ਕਿਸਾਨ ਕਿੱਥੇ ਤੁਹਾਡੇ ਨਾਲ ਖੜਾ ਹੈ? ਤੁਹਾਡੇ ਨਾਲ ਤਾਂ ਹਰਿਆਣਾ ਦਾ ਕਿਸਾਨ ਵੀ ਨਹੀਂ ਖੜਾ, ਤੁਹਾਡੇ ਨਾਲ ਤਾਂ UP ਬਿਹਾਰ ਜਿਹੜਾ ਇਹਨਾਂ ਦਾ ਕਿਸਾਨ ਵੀ ਨਹੀਂ ਖੜਾ, ਰਾਜਸਥਾਨ ਦਾ ਕਿਸਾਨ ਕਿੱਥੇ ਖੜਾ? ਠੀਕ ਹੈ, ਉਹ 4 ਜਥੇਬੰਦੀਆਂ ਆ ਕੇ, ਉਹਨਾਂ 4 ਬੰਦੇ ਆ ਕੇ ਬਹਿ ਜਾਣਗੇ, ਠੀਕ ਹੈ, ਉਹ ਗੱਲ ਅਲੱਗ ਹੈ। ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ, ਤੁਹਾਡੀ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਗਈਆਂ, ਪਰ ਜਿਹੜੇ ਲੋਕ ਦੇਸ਼ ਦੇ ਅੰਦਰ ਖੂਨ ਖਰਾਬਾ ਕਰਦੇ ਨੇ, ਜਿਹੜੇ ਲੋਕ ਦੇਸ਼ ਦੇ ਅੰਦਰ ਹਥਿਆਰਬੰਦ ਸੰਘਰਸ਼ ਦੀ ਗੱਲ ਕਰਦੇ ਨੇ, ਉਹਨਾਂ ਲੋਕਾਂ ਦੇ ਨਾਲ ਜਿਹੜਾ ਹੈ ਮੇਰੀ ਬੇਨਤੀ ਹੈ, ਤੁਸੀਂ ਨਾਲ ਨਾ ਖੜੇ ਹੋ।
ਜਿਹੜੀ ਆਪਣੀ ਉਗਰਾਹਾਂ ਦੀ ਜਥੇਬੰਦੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਸਾਰੇ ਲੋਕਾਂ ਨੂੰ ਰਿਲੀਜ਼ ਕਰੋ। ਇਹ ਉਹ ਲੋਕ ਨੇ ਜਿਹਨੂੰ ਭਾਰਤ ਦੇ ਕਾਨੂੰਨ ਨੇ, ਭਾਰਤ ਦੀ ਕੋਰਟਾਂ ਨੇ ਜੇਲ੍ਹਾਂ 'ਚ ਭੇਜਿਆ ਹੋਇਆ ਹੈ ਕਿਉਂਕਿ ਉਹ ਹਥਿਆਰਬੰਦ ਸੰਘਰਸ਼ ਨੂੰ ਪ੍ਰੋਤਸਾਹਨ ਦਿੰਦੇ ਨੇ। ਸੋ ਇਹੋ ਜਿਹਾ ਇਹ ਕਦੀ ਕਿਸਾਨਾਂ ਦਾ ਏਜੰਡਾ ਨਹੀਂ ਹੋ ਸਕਦਾ। ਕਿਸਾਨ ਇਹਨਾਂ ਸਿਆਸੀ ਬੰਦਿਆਂ ਤੋਂ ਬਚਣ, ਯੋਗੇਂਦਰ ਯਾਦਵ ਵਰਗੇ ਜਿਹਦੀ ਹਮੇਸ਼ਾ ਜ਼ਮਾਨਤਾਂ ਜ਼ਬਤ ਹੁੰਦੀਆਂ, ਇਹੋ ਜਿਹੇ ਬੰਦਿਆਂ ਤੋਂ ਬਚਣ। ਇਹਨਾਂ ਦੀਆਂ ਮੈਂ ਫਿਰ ਕਹਿਣਾ ਕਿਸਾਨ ਜਥੇਬੰਦੀਆਂ ਨੇ ਜੋ ਕੇਂਦਰ ਸਰਕਾਰ ਨੂੰ ਲਿਖਤੀ ਰੂਪ ਦਿੱਤਾ ਸੀਗਾ, ਜਿਹੜੀ ਟੇਬਲ ਟਾਕਸ ਦਿੱਤਾ ਸੀਗਾ, ਉਹ ਸਾਰੀਆਂ ਮੰਗਾਂ ਮੰਨੀਆਂ ਗਈਆਂ। ਪਲੀਜ਼ ਵਾਪਿਸ ਪਰਤ ਲਓ। ਅੱਛਾ ਜੋਸ਼ੀ ਸਾਹਿਬ, ਇੱਕ ਹੋਰ ਗੱਲ ਹੈ ਕਿ ਲੋਕ ਕਹਿੰਦੇ ਕਿ ਤੁਸੀਂ ਕਿਸਾਨਾਂ ਦੇ ਅੱਗੇ ਰੇੜ ਕੇ ਕੱਢ ਰਹੇ ਹੋ, ਹੱਥ ਜੋੜ ਰਹੇ ਹੋ, ਬਾਰ-ਬਾਰ ਬੇਨਤੀ ਕਰ ਰਹੇ ਹੋ। ਸੋ ਤੁਸੀਂ ਜਿਹੜੇ ਦੋ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਹੀ ਮਨਾ ਲਓ ਕਿ ਉਹ ਕਹਿੰਦੇ ਕਿ ਬਾਕੀ ਇੰਨੀ ਜਨਤਾ ਨੂੰ ਮਨਾਉਣ ਦੇ ਲਈ। ਦੂਸਰੀ ਗੱਲ, ਲੋਕਾਂ ਦੇ ਅਵਾਰਡ ਵਾਪਸ ਕੀਤੇ ਜਾ ਰਹੇ ਨੇ, ਚਾਹੇ ਸਪੋਰਟਸ ਨੇ। ਪਹਿਲੇ ਉਸ ਤੇ ਕਰ ਲਈਏ ਵਪਾਰੀ। ਇਹ ਦੱਸੋ ਅਡਾਨੀ ਅੰਬਾਨੀ ਕਿਹੜੀ ਕਣਕ ਖਰੀਦ ਰਿਹਾ, ਕਿਹੜਾ ਬਾਜਰਾ ਖਰੀਦ ਰਿਹਾ? ਅਡਾਨੀ ਅੰਬਾਨੀ ਕੀ ਖਰੀਦਿਆ? ਕੁਝ ਵੀ ਨਹੀਂ ਖਰੀਦ ਰਿਹਾ। ਦੱਸ ਸਕਦੇ ਅਡਾਨੀ ਅੰਬਾਨੀ ਨੇ ਦੇਸ਼ 'ਚ ਕਿੱਥੇ ਕਣਕ ਖਰੀਦੀ ਹੈ, ਕਿੱਥੇ ਉਹਨੇ ਚਾਵਲ ਖਰੀਦੇ ਨੇ? ਇਹ ਤਾਂ ਇੱਕ ਜਿਹੜੇ ਇਹ ਉਹੀ ਕਾਮਰੇਡ ਉਗਰਾਹਾਂ ਵਾਲਿਆ ਗਰੁੱਪ, ਹੋਰ ਇਹਦੇ 4-5-6 ਹੋਰ ਨੈਕਸਲਾਈਟ ਗਰੁੱਪ ਨੇ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਰਾਈਟਰਸ ਨੂੰ ਛੱਡੋ, ਜਿਹੜੇ ਦੇਸ਼ ਭਰ 'ਚ ਜੇਲ੍ਹਾਂ 'ਚ ਕੋਰਟ ਨੇ ਬੰਦ ਕੀਤੇ ਹੋਏ ਹੈ, ਸਰਕਾਰਾਂ ਨੇ ਕੋਰਟ ਨੇ ਬੰਦ ਕੇ ਛੱਡੋ। ਇਹ ਉਹਨਾਂ ਲੋਕਾਂ ਨੇ ਅਡਾਨੀ ਅੰਬਾਨੀ ਬਣਾਇਆ। ਦੱਸੋ ਨਾ ਕਿਹੜਾ ਅਡਾਨੀ ਅੰਬਾਨੀ ਇੱਥੇ ਪੰਜਾਬ 'ਚ ਕਣਕ ਖਰੀਦਦਾ? ਦੇਸ਼ ਦੇ ਕਿਸੇ ਕੋਨੇ 'ਚ ਕਣਕ ਖਰੀਦਦਾ, ਚਾਵਲ ਖਰੀਦਦਾ, ਕੀ ਖਰੀਦਦਾ ਅਡਾਨੀ ਅੰਬਾਨੀ? ਇਹ ਖਾਮ ਖਾ ਦਾ ਤੁਸੀਂ ਇੱਕ ਪ੍ਰਪੰਚ ਬਣਾ ਲਿਆ, ਨਾਰਾ ਬਣਾ ਲਿਆ। ਅੱਛਾ ਦੂਸਰੇ ਪਾਸੇ ਦੇਖੋ ਕਿ ਪੂਰੇ ਵਰਲਡ ਦੇ ਵਿੱਚ ਇੱਕ ਲਹਿਰ ਬਣੀ ਹੋਈ ਆ ਕਿ ਜੋ ਭਾਰਤ ਦੀ ਮੋਦੀ ਸਰਕਾਰ ਆ ਡਿਕਟੇਟਰਸ਼ਿਪ ਕਰ ਰਹੀ ਆ, ਚਾਹੇ ਕੈਨੇਡਾ ਹੋਵੇ, ਆਸਟ੍ਰੇਲੀਆ ਹੋਵੇ, ਬਹੁਤ ਸਾਰੇ ਹੋਰ ਦੇਸ਼ ਨੇ ਜਿੱਥੋਂ ਇਦਾਂ ਦੀਆਂ ਪ੍ਰਧਾਨ ਮੰਤਰੀ ਵੱਲੋਂ ਅਪੀਲ ਆਈ ਆ। ਤੇ ਤੁਹਾਨੂੰ ਨਹੀਂ ਕੀ ਲੱਗਦਾ ਕਿ ਭਾਰਤ ਦਾ ਅਕਸ ਜਿਹੜਾ ਤੁਹਾਡੀ ਬੀਜੇਪੀ ਦਾ ਅਕਸ ਪੰਜਾਬ 'ਚ ਤਾਂ ਖਰਾਬ ਹੋ ਹੀ ਚੁੱਕਿਆ, ਬਾਹਰਲੇ ਦੇਸ਼ਾਂ 'ਚ ਵੀ ਅਕਸ ਖਰਾਬ? ਦੇਖੋ ਕੈਨੇਡਾ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਟਰੂਡੋ ਨੇ ਇਹ ਲਿਖਤੀ ਚਿੱਠੀ ਪਾਈ ਹੋਈ ਹੈ ਕਿ ਭਾਰਤ ਸਰਕਾਰ ਦਾ ਜਿਹੜਾ ਖੇਤੀਬਾੜੀ ਸੈਕਟਰ ਨੂੰ ਸਬਸਿਡੀ ਦੇਣ ਦਾ ਤਰੀਕਾ ਹੈ ਇਹਨੂੰ ਬੰਦ ਕਰੇ, ਇਹਦੇ ਨਾਲ ਅੰਤਰਰਾਸ਼ਟਰੀ ਪੱਧਰ ਤੇ ਨੁਕਸਾਨ ਹੋ ਰਿਹਾ ਹੈ। ਅੱਜ ਉਹ ਕਿਸਾਨਾਂ ਦੇ ਨਾਲ ਕਿਉਂ ਖੜ ਗਿਆ ਅੱਗੇ? ਚਿੱਠੀ ਦੀ ਜਿਹੜੀ 6 ਮਹੀਨੇ ਪਹਿਲੇ ਭੇਜੀ ਹੈ ਉਹ ਭੁੱਲ ਗਿਆ? ਇਹ ਸਭ ਡਰਾਮੇਬਾਜ਼ੀ ਹੋ ਰਹੀ ਹੈ। ਭਾਰਤੀ ਜਨਤਾ ਪਾਰਟੀ ਜਿਹੜੀ ਹੈ ਸ਼੍ਰੀ ਨਰਿੰਦਰ ਮੋਦੀ ਜੀ ਪੰਜਾਬ ਦੇਸ਼ ਭਰ ਦੇ ਲੋਕਾਂ ਦੀ ਵੋਟਾਂ ਤੋਂ ਇਲੈਕਟ ਹੋ ਕੇ ਪ੍ਰਧਾਨ ਮੰਤਰੀ ਬਣਦੇ ਨੇ। 5 ਸਾਲ ਲੋਕਾਂ ਦੀ ਸੇਵਾ ਕੀਤੀ, ਲੋਕਾਂ ਨੇ ਸੇਵਾ ਕਰਕੇ ਨਵਾਜ਼ਿਆ, ਦੁਬਾਰਾ 5 ਸਾਲ ਹੀ ਸਾਨੂੰ ਮਿਲਿਆ ਔਰ ਮੈਨੂੰ ਪੂਰੀ ਉਮੀਦ ਹੈ ਕਿ ਇਹ 5 ਸਾਲ ਜਦ ਸਾਡੇ ਪੂਰੇ ਹੋਣਗੇ 3-3.5 ਸਾਲ ਬਾਅਦ ਸਾਨੂੰ ਲੋਕ ਜਿਹੜਾ ਹੈ ਦੁਬਾਰਾ ਦੇਸ਼ ਦੀ ਬਾਗਡੋਰ ਦੇਣਗੇ ਕਿਉਂਕਿ ਅਸੀਂ ਸੱਚੇ ਮਨ ਨਾਲ ਲੋਕਾਂ ਦੀ ਸੇਵਾ ਕਰ ਰਹੇ ਨੇ ਔਰ ਬਿਹਾਰ ਦੇ ਰਿਜ਼ਲਟਸ ਨੇ ਇਹ ਦਿਖਾ ਵੀ ਦਿੱਤਾ ਹੈ। ਬਿਹਾਰ ਦਾ ਰਿਜ਼ਲਟ ਤਾਂ ਜਿਹੜਾ ਦੇਖਣ 'ਚ ਆਇਆ ਸੀ ਕਿ ਬੜਾ ਕ੍ਰੂਸ਼ਲ ਸੀਗਾ, ਬਿਲਕੁਲ ਨੇੜੇ ਦੀ ਜਿਹੜੀ ਉਹ ਸੀਗੀ। ਦੂਸਰੇ ਪਾਸੇ ਆਪਾਂ ਗੱਲ ਕਰੀਏ ਕਿ ਜਿਵੇਂ ਨਰਿੰਦਰ ਮੋਦੀ ਦੀ ਗੱਲ ਕਰੀਏ, 1 ਮੈਨ ਆਰਮੀ ਸ਼ੋਅ ਬਣਾ ਦਿੱਤਾ ਬੀਜੇਪੀ ਨੇ, ਖਾਸ ਕਰਕੇ ਬਾਕੀ ਜਿਹੜੇ 5-7 ਮਿਨਿਸਟਰ ਨੇ ਉਹਨਾਂ ਨੂੰ ਛੱਡ ਕੇ ਲੋਕਾਂ ਨੂੰ ਬਾਕੀ ਮਿਨਿਸਟਰਾਂ ਦਾ ਨਾਂ ਹੀ ਨਹੀਂ ਪਤਾ, ਸਿਰਫ ਮੋਦੀ ਨੂੰ ਛੱਡ ਕੇ। ਤੁਹਾਨੂੰ ਕੀ ਲੱਗਦਾ ਕਿ ਜਿਵੇਂ ਕਹਿ ਰਹੇ ਸੀ ਕਿ ਜਿਹੜੀ ਸਾਰੇ ਲੋਕਾਂ ਦੀ ਪਾਰਟੀ ਹੈਗੀ ਬੀਜੇਪੀ ਤੇ ਉਹਦੇ ਵਿੱਚ ਇਕੱਲਾ ਹੀ ਨਰਿੰਦਰ ਮੋਦੀ ਚਮਕ ਰਿਹਾ? ਦੇਖੋ ਜੀ ਪਾਰਟੀ ਮੇਰੀ ਹੈ ਜੀ, ਨਰਿੰਦਰ ਮੋਦੀ ਮੇਰਾ ਲੀਡਰ ਹੈ ਔਰ ਨਰਿੰਦਰ ਮੋਦੀ ਜਿਹੜਾ ਮੇਰਾ ਲੀਡਰ ਹੈ ਮੈਂ ਉਹਦੇ ਨਾਲ ਖੜਾ, ਉਹਦੇ ਲਈ ਜੀ ਜਾਨ ਲਗਾਣਾ। ਜੇ ਗੋਲੀ ਚੱਲੇਗੀ ਤਾਂ ਪਹਿਲੇ ਆਪਣੀ ਛਾਤੀ ਲੂੰਗਾ, ਫਿਰ ਮੈਂ ਨਰਿੰਦਰ ਮੋਦੀ ਵੱਲ ਜਾਣ ਦੂੰਗਾ। ਨਰਿੰਦਰ ਮੋਦੀ ਲਈ ਜਾਨ ਦੇਣ ਨੂੰ ਤਿਆਰ ਆ ਅਸੀਂ ਪੂਰੇ ਦੇਸ਼ ਦੇ ਵਰਕਰ। ਔਰ ਸਾਡੀ ਜਿਹੜੀ ਕੈਬਨਿਟ ਹੈ ਉਹ ਪ੍ਰਾਈਮ ਮਿਨਿਸਟਰ ਦੇ ਅਧੀਨ ਹੁੰਦੀ ਹੈ। ਪ੍ਰਾਈਮ ਮਿਨਿਸਟਰ ਜਿਹੜਾ ਹੈਗਾ ਉਹ ਕੈਬਨਿਟ ਦਾ ਲੀਡਰ ਹੁੰਦਾ ਹੈ, ਉਹ ਦੇਸ਼ ਦਾ ਲੀਡਰ ਹੈ ਔਰ ਲੋਕਾਂ ਨੇ ਨਰਿੰਦਰ ਮੋਦੀ ਨੂੰ ਸਿੱਧੀ ਵੋਟਾਂ ਪਾਈਆਂ, ਕੈਂਡੀਡੇਟ ਥੱਲੇ ਦੇਖੇ ਨੇ। ਸੋ ਜਿਹੜਾ ਮੇਰਾ ਲਾਸਟ ਕੁਐਸਚਨ ਤੁਹਾਨੂੰ ਇਹ ਆ ਕਿ ਤੁਸੀਂ ਜਿਹੜਾ ਸਿਰਫ ਇੱਕੋ ਹੀ ਹੁਣ ਗੱਲ ਕਹਿ ਰਹੇ ਹੋ ਕਿ ਕਿਸਾਨ ਝੁਕ ਜਾਣ, ਜਾਂ ਤੁਹਾਨੂੰ ਲੱਗਦਾ ਕਿ ਕੋਰਟ ਦੀ ਜਿਹੜੀ ਇੰਟਰਕਨਵੀਨੀਅਨ ਹੈ ਜਿਹੜਾ ਇੰਟਰਵੀਨ ਕੀਤਾ ਕੋਰਟ ਨੇ ਕਿ ਉਹ ਚੀਜ਼ ਲਾਗੂ ਹੋ ਜਾਵੇ? ਮੈਂ ਨਹੀਂ ਕਹਿੰਦਾ ਕਿਸਾਨ ਝੁਕਣ ਜੀ, ਕਿਸਾਨਾਂ ਦੇ ਅੱਗੇ ਅਸੀਂ ਹੱਥ ਜੋੜ ਕੇ ਖੜੇ ਹਾਂ, ਕਿਸਾਨਾਂ ਦੇ ਅੱਗੇ ਹੱਥ ਜੋੜ ਕੇ ਝੁੱਕ ਕੇ ਖੜੇ ਹਾਂ। ਸਾਰੀ ਮੰਗਾਂ ਅਸੀਂ ਉਹਨਾਂ ਦੀ ਮੰਨ ਲਈਆਂ। ਜਿਹੜੀਆਂ 5-6 ਰਾਊਂਡ ਗੱਲਬਾਤ ਦੇ ਕੇਂਦਰ ਸਰਕਾਰ ਨਾਲ ਹੋਏ, ਐਗਰੀਕਲਚਰ ਮਿਨਿਸਟਰ ਦੇ ਅੱਗੇ ਜਿਹੜੀ ਪ੍ਰਪੋਜ਼ਲ ਰੱਖੀਆਂ, ਲਿਖਤੀ ਮੰਗਾਂ ਦਿੱਤੀਆਂ, ਉਹ ਸਾਰੀਆਂ ਮੰਨੀਆਂ ਗਈਆਂ। ਮੇਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ, ਤੁਹਾਡੀ ਸਾਰੀ ਮੰਗਾਂ ਮੰਨੀਆਂ ਗਈਆਂ। ਤੁਸੀਂ ਜਿਹੜਾ ਹੈਗਾ ਉਹ ਡਰਾਫਟ ਪ੍ਰਪੋਜ਼ਲ 'ਤੇ ਸਾਈਨ ਕਰੋ ਤਾਂ ਕਿ ਸਰਕਾਰ ਅਨਾਊਂਸਮੈਂਟ ਕਰੇ ਔਰ ਤੁਸੀਂ ਜਿਹੜਾ ਆਪਣੇ ਘਰਾਂ ਨੂੰ ਪਰਤ ਜਾਓ। ਇਹ 3 ਬਿੱਲ ਜਿਹੜੇ ਕਾਨੂੰਨ ਤੁਸੀਂ ਵਾਪਸ ਕਰਦੇ ਹੋ ਉਹਦੇ ਕਰਕੇ ਨਾ ਤਾਂ MSP ਬੰਦ ਹੁੰਦੀ, ਨਾ ਸਰਕਾਰੀ ਖਰੀਦ ਬੰਦ ਹੁੰਦੀ, ਨਾ ਸਰਕਾਰੀ ਮੰਡੀ ਬੰਦ ਹੁੰਦੀ। ਅੜੀ ਛੱਡੋ, ਇਹ ਜਿਹੜੀ ਹੋਰ ਨੈਕਸਲਾਈਟ ਸਪੋਰਟਡ ਕਿਸਾਨ ਜਥੇਬੰਦੀਆਂ ਉਹਨਾਂ ਦੇ ਭਰਮ ਭੁਲੇਖਿਆਂ ਤੋਂ ਬਾਹਰ ਆ ਜਾਓ, ਆਪਣਾ ਹਿੱਤ ਸਾਧੋ। ਕੋਰਟ 'ਤੇ ਹੱਲੇ ਗੱਲ ਚੱਲੇਗੀ ਤੇ ਪਤਾ ਨਹੀਂ 5 ਸਾਲ 10 ਸਾਲ ਕਿੰਨੀ ਲਟਕ ਜਾਣੀ ਹੈ, ਤੇ ਤੁਸੀਂ ਹੁਣ ਸਰਕਾਰ ਮੰਨੋ ਬੈਠੀ ਹੈ, ਆਪਣੀ ਗੱਲਾਂ ਮਨਵਾ ਲਓ ਔਰ ਤੁਹਾਡੇ 'ਚ ਭਲਾ ਹੈ, ਘਰ ਪਰਤੋ। ਸੋ ਇਹ ਸੀ ਵਨੀਤ ਜੋਸ਼ੀ, ਬੀਜੇਪੀ ਦੇ ਸੀਨੀਅਰ ਲੀਡਰ ਨੇ ਚੰਡੀਗੜ੍ਹ ਤੋਂ, ਅਤੇ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਇਹ ਗੱਲ ਦੱਸੀ ਹੈਗੀ ਆ ਕਿ ਕਿਸਾਨਾਂ ਨੂੰ ਕਿਸ ਤਰ੍ਹਾਂ ਗੱਲ ਮੰਨਣੀ ਚਾਹੀਦੀ ਹੈ। ਦੂਸਰੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਬੀਜੇਪੀ ਦੇ ਵਿੱਚ ਮੋਦੀ ਦੇ ਲਈ ਉਹ ਜਾਨ ਦੇਣ ਦੇ ਲਈ ਵੀ ਤਿਆਰ ਨੇ ਕਿ ਉਹ ਉਹਨਾਂ ਦੇ ਜਿਹੜੇ ਲੀਡਰ ਨੇ ਤੇ ਉਹ ਹਰ ਕੁਛ ਜੋ ਕਰ ਰਹੇ ਨੇ ਕਿਸਾਨਾਂ ਦੇ ਹੱਕ ਦੇ ਲਈ ਗੱਲ ਕੀਤੀ ਜਾ ਰਹੀ ਹੈ। ਲੇਕਿਨ ਦੂਸਰੇ ਪਾਸੇ ਕਿਸਾਨਾਂ ਦੀ ਗੱਲ ਦੱਸੀਏ, ਕਿਸਾਨ ਇਸ ਗੱਲ ਨੂੰ ਮੰਨਣ ਦੇ ਲਈ ਤਿਆਰ ਨਹੀਂ, ਕਿਉਂਕਿ ਕਿਸਾਨ ਪੜ੍ਹੇ ਲਿਖੇ ਨੇ। ਉਹਨਾਂ ਦਾ ਕਹਿਣਾ ਕਿ ਜੇਕਰ ਸਾਨੂੰ ਇਹ ਗੱਲ ਇੱਕ ਗੱਲ ਸਾਨੂੰ ਸਮਝ ਆਏਗੀ ਕਿ ਕਿਸ ਤਰ੍ਹਾਂ ਕਾਨੂੰਨ ਲਾਗੂ ਕੀਤੇ ਜਾਣੇ ਨੇ, ਚਾਹੇ ਇਸ ਤੋਂ ਪਹਿਲਾਂ 370
70 ਦੀ ਗੱਲ ਹੋਵੇ, ਚਾਹੇ CAA ਦੀ ਹੋਵੇ। ਸੋ ਸਾਰੇ ਜਿਹੜੇ ਇੱਦਾਂ ਦੇ ਕੋਈ ਮਸਲੇ ਆਉਂਦੇ ਨੇ ਜਿਸ ਦੇ ਵਿੱਚ ਦੇਸ਼ ਉੱਠ ਕੇ ਵਿਰੁੱਧ ਖੜਾ ਹੋ ਜਾਂਦਾ, ਲੇਕਿਨ BJP ਦੇ ਲੀਡਰ ਇਹ ਹਮੇਸ਼ਾ ਜਤਾਉਣ ਦੀ ਕੋਸ਼ਿਸ਼ ਕਰਦੇ ਆ ਕਿ ਜੋ BJP ਗੱਲ ਕਰ ਰਹੀ ਆ ਉਹ ਸਹੀ ਆ। ਕਾਰਨ ਇਹਦਾ ਜੋ ਵੀ ਹੋਵੇ, ਲੇਕਿਨ ਲੋਕਾਂ ਦਾ ਇਹ ਵੀ ਕਹਿਣਾ ਕਿ ਮੈਜੋਰਟੀ ਦੇ ਵਿੱਚ ਹੋਣ ਦੇ ਕਾਰਨ BJP ਸਰਕਾਰ ਵੱਲੋਂ ਆਪਣੀ ਜਿਹੜੀ ਮਨਮਤ ਜਿਹੜੀ ਕੀਤੀ ਜਾ ਰਹੀ ਹੈ। ਹਰਪ੍ਰੀਤ ਸਿੰਘ ਜਸਵਾਲ, ਪੰਜਾਬ ਕੇਸਰੀ, ਜਗਬਾਣੀ TV, ਚੰਡੀਗੜ੍ਹ।